ਕੱਲ 에ਅਰ ਇੰਡੀਆ ਦਾ ਇੱਕ ਪਲੇਨ ਅਹਿਮਦਾਬਾਦ ਦੇ ਵਿੱਚ ਕ੍ਰੈਸ਼ ਹੋ ਜਾਂਦਾ, ਜਿਸ ਵਿਚਕਾਰ ਕਾਫੀ ਲੋਕਾਂ ਦੀ ਜਾਨ ਉਸ 에ਅਰ ਕ੍ਰੈਸ਼ ਦੇ ਵਿੱਚ ਹੋ ਜਾਂਦੀ ਹੈ। ਪਰ ਜਿਸ ਵਿਚਕਾਰ ਇੱਕ ਵਿਅਕਤੀ ਦੀ ਜਾਨ ਬਚ ਵੀ ਜਾਂਦੀ ਆ, ਜੋ ਸਹੀ ਸਲਾਮਤ ਅਹਿਮਦਾਬਾਦ ਦੇ ਹਸਪੀਟਲ ਦੇ ਵਿੱਚ ਮੌਜੂਦ ਆ। ਇਸ ਵਧੇਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵਿਨੀਤ ਜੀ ਮੌਜੂਦ ਨੇ, ਜੋ ਸੈਂਟਰ ਹੈਡ ਨੇ, ਅਤੇ ਸਾਨੂੰ ਜਾਣਕਾਰੀ ਵੀ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਤੇ ਪਲੇਨ ਦੇ ਵਿੱਚ ਕਿਸ ਤਰੀਕੇ ਦੀ ਦਿੱਕਤ ਇਸ ਵਿਚਕਾਰ ਹੋ ਸਕਦੀ ਹੈ। ਗੱਲਬਾਤ ਕਰ ਲਿਆ ਵਿਨੀਤ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਇੱਕ ਜੋ ਵਿਅਕਤੀ ਬਚਿਆ ਹੈਗਾ, ਉਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕੋਈ ਹੋਲ ਹੋ ਗਿਆ ਸੀ ਜਾਂ ਕੋਈ ਐਮਰਜੈਂਸੀ ਵਿੰਡੋ ਬਚੀ ਸੀ, ਮੈਂ ਉਸ ਦੇ ਜ਼ਰੀਏ ਬਚ ਸਕਿਆ। ਤੁਹਾਡਾ ਇਸ ਬਾਬਤ ਕੀ ਕਹਿਣਾ, ਕਿਉਂਕਿ ਇਹ ਪਲੇਨ ਜਾ ਰਿਹਾ ਸੀ ਲੰਡਨ ਤੋਂ ਹਾਲਾਂकि ਇਸਨੇ ਟੇਕ ਆਫ ਕੀਤਾ ਤੇ ਨਾਲ ਦੀ ਨਾਲ ਹੀ क्रैश हो जाता है। जी, उसकी भगवान ने उसका सपोर्ट दिया है। जहाँ से प्लेन टूटा है वो वहाँ से बाई चांस गिर गया है नीचे, और फिर उसके बाद वो वहाँ से बहुत जल्दी से हट गया है, जिसकी वजह से ईंधन के में लगी हुई आग की वजह से उसको ज़्यादा डैमेज नहीं हुआ है। ਸਰ, ਪਲੇਨਸ ਦੇ ਵਿੱਚ ਐਮਰਜੈਂਸੀ ਵਿੰਡੋਜ਼ ਜਾਂ ਐਮਰਜੈਂਸੀ ਦੇ ਲਈ ਕੋਈ ਸਾਧਨ ਬਣਾਏ ਹੁੰਦੇ ਨੇ, ਕਿਉਂਕਿ ਟੈਕਨੋਲੋਜੀ ਦੇ ਬੇਸਿਸ ਤੇ ਦੇਖਿਆ ਜਾਵੇ ਤਾਂ ਹਰ ਪ੍ਰਕਾਰ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਵਿਚਕਾਰ ਬਚਣ ਦੇ ਕਿੰਨੇ ਚਾਂਸਸ ਸੀਗੇ ਅਗਰ ਦੇਖਿਆ ਜਾਵੇ ਤਾਂ, ਕਿਉਂਕਿ ਹਾਲਾਂकि ਫਿਊਲ ਬਹੁਤ ਜ਼ਿਆਦਾ ਸੀਗਾ, ਇੱਕਦਮ ਅੱਗ ਫੜਦਾ ਤਾਂ ਉਹ ਉਸ ਭਾਂਬੜ ਦੇ ਚੱਲਦਿਆਂ ਲੋਕਾਂ ਦੀ ਮੌਤ ਹੋਈ ਹੈ। ਤੁਸੀਂ ਕਿਵੇਂ ਕਹਿਣਾ ਚਾਹੋਗੇ? देखिए, जो पायलट्स हैं ये काफ़ी ट्रेंड होते हैं हर तरीके के सिनेरियो को हैंडल करने के लिए, लेकिन इस प्लेन के अंदर जैसे बताया जा रहा है कि इंजन्स के अंदर कुछ प्रॉब्लम आई है, जिसकी वजह से उसको टेक ऑफ करने के लिए प्रॉपर लिफ्ट नहीं मिली और प्लेन आउट ऑफ कंट्रोल होकर क्रैश कर गया है। लेकिन इस प्लेन के अंदर काफ़ी उन्नत टेक्नोलॉजी का प्लेन है, और इस प्लेन के अंदर बचाव के बहुत सारे टेक्नोलॉजिकल एडवांसमेंट दिए गए हैं, और हम उम्मीद करते हैं कि भगवान ना करे ऐसा दोबारा से हादसा कभी दोबारा से देखना पड़े। ਸਰ, ਪਲੇਨ ਦੇ ਵਿੱਚ ਤਕਰੀਬਨ 1,65,000 ਦੇ ਕਰੀਬ ਫਿਊਲ ਸੀਗਾ, ਜੋ ਤਕਰੀਬਨ ਲੰਡਨ ਜਾਣ ਦੇ ਲਈ ਕਾਫੀ ਸੀਗਾ। ਇਸ ਫਿਊਲ ਦਾ ਇੱਕ ਲੋਕ ਇਹ ਅੰਦਾਜ਼ਾ ਦੱਸ ਰਹੇ ਕਿ ਫਿਊਲ ਕਾਫੀ ਜ਼ਿਆਦਾ ਸੀਗਾ, ਜਿਸ ਦੇ ਭਾਰ ਦੇ ਕਰਕੇ ਥੱਲੇ ਆ ਗਿਆ। ਕੀ ਇਹ ਸਿਰਫ ਅਫਵਾਹ ਹੈ, ਇਸ ਦੇ ਵਿੱਚ ਕੋਈ ਯਕੀਨ ਕਰਨ ਵਾਲੀ? जी, ये अफवाह ही है, क्योंकि हर पायलट जब भी टेक ऑफ करता है तो वो प्रॉपर इतना ही तेल लेके जाता है जितने में वो अपनी डेस्टिनेशन तक सेफ पहुंच जाए, और अगर वहाँ पे बाई चांस मौसम की ख़राबी की वजह से उसको 2 बार ट्राई करना पड़े तो उसके लिए भी उसके पास तेल बचा हो। तो ये सिर्फ अफवाह है कि इतना फ्यूल एक्स्ट्रा था जिसकी वजह से ये हादसा हो गया। ਕਿੰਨਾ ਫਿਊਲ ਜਿਹੜਾ ਐਕਸਟਰਾ ਲੈ ਕੇ ਤੁਰਨਾ ਪੈਂਦਾ हर किसी पायलट ਨੂੰ? डेस्टिनेशन तक पहुँचने के अलावा 1 घंटा एक्स्ट्रा उड़ने का फ्यूल कम से कम पायलट प्लान करके लेके जाते हैं। ਇਸ ਵਿਚਕਾਰ ਅਗਰ ਐਮਰਜੈਂਸੀ ਦੇ ਤੌਰ ਤੇ ਦੇਖਿਆ ਜਾਵੇ, ਪਲੇਨ ਦੇ ਵਿੱਚ ਬਹੁਤ ਸਾਰੀ ਐਮਰਜੈਂਸੀ ਡੋਰਸ ਵੀ ਹੁੰਦੀਆਂ, ਕਿ ਉਹ ਮੌਕੇ ਤੇ ਖੋਲੀਆਂ ਨਹੀਂ ਜਾ ਸਕਦੀਆਂ? मौके में खोला जा सकता है जी, लेकिन 30 सेकंड के अंदर किसी को भी कुछ करने का मौका नहीं मिला है इसमें। ਇਸ ਦੇ ਵਿੱਚ ਮੌਕਾ ਨਹੀਂ। हाँ जी। ਪਰ ਜਦੋਂ ਕੋਈ ਕਿਸੇ ਨੇ ਪਲੇਨ ਟੇਕ ਆਫ ਕਰਨਾ ਹੁੰਦਾ, ਉਸ ਦੀ ਮੇਨਟੇਨੈਂਸ ਪਹਿਲਾਂ ਦੇਖੀ ਜਾਂਦੀ ਆ, ਉਹ ਉਸ ਦੇ ਬਾਰੇ ਕਹਿਣਾ? हर एयरक्राफ्ट जी DGCA के अंदर सर्टिफिकेट ऑफ एयरवर्दीनेस सर्टिफाइड होता है, और हर प्लेन को प्रॉपर जांच की जाती है टेक ऑफ से पहले। लेकिन मशीन है, कभी कभार गलतियां हो जाती हैं या फिर उसमें कमी रह सकती है, जिसकी वजह से कुछ ऐसा बड़ा हादसा देखने को मिल रहा है, और हम उम्मीद करते हैं कि ऐसा हादसा दोबारा ना होने पाए। ਇਸ ਪਲੇਨ ਦੀ ਕਪੈਸਿਟੀ ਕਿੰਨੀ ਸੀਗੀ ਵੈਸੇ? 250 के आसपास की सिटिंग कैपेसिटी थी, जिसमें से 242 क्रू और पैसेंजर्स को मिला के टोटल पर्सन सवार थे। ਸਰ, ਇੱਕ ਪਲੇਨ ਜਿਵੇਂ ਇੱਕ ਕਾਰ ਦੀ ਹੁੰਦੀ ਹੈ, ਇੱਕ ਮਿਆਦ ਹੁੰਦੀ ਹੈ, ਤਕਰੀਬਨ ਅਸੀਂ 10 ਸਾਲ ਚਲਾ ਲਈਏ ਜਾਂ 5-10 ਸਾਲ ਚਲਾ ਕੇ ਤੇ ਉਸ ਨੂੰ ਜੋ ਕਹਿ ਸਕਦੇ ਕਿ ਕੁਆੜ ਦੇ ਭਾਅ ਵੇਚਿਆ ਜਾ ਸਕਦਾ। ਇਸ ਪਲੇਨ ਦੀ ਕਿੰਨੀ ਕੁ ਮਿਆਦ ਬਚੀ ਸੀਗੀ ਕਿ 에ਅਰ ਇੰਡੀਆ ਦੇ ਇਸ ਪਲੇਨ ਦੀ? कोई भी प्लेन जी 25 साल की लाइफ के साथ आता है, और हर प्लेन सर्टिफिकेट ऑफ एयरवर्दीनेस के साथ ही फ्लाई करता है। इट मीन्स कि हर प्लेन उड़ने से पहले प्रॉपर तरीके से जांच कर ली जाती है कि उसके अंदर कोई मेजर फॉल्ट ना होने पाए। ਇਸ ਦੀ ਕੋਈ ਸਮੇਂ-ਸਮੇਂ ਤੇ ਕੋਈ ਇਸ ਦੇ ਵਿੱਚ ਚੇਂਜਸ ਵੀ ਕੀਤੇ ਜਾਂਦੇ ਹੋਣੇ, ਕਿਉਂਕਿ ਟੈਕਨੋਲੋਜੀ ਦੇ ਹਿਸਾਬ ਨਾਲ ਤਕਰੀਬਨ 11 ਸਾਲ ਪੁਰਾਣਾ ਸੀ। ਉਸ ਸਮੇਂ ਤਾਂ ਟੈਕਨੋਲੋਜੀ ਵੱਖਰੀ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਆਧੁਨਿਕ ਹੋ ਚੁੱਕੇ ਆ। ਕੀ ਲੱਗਦਾ ਨਹੀਂ ਕਿ नहीं जी, प्लेन में इस तरीके के चेंजेस नहीं आते हैं। अगर कोई भी चेंजेस किया जाता है तो पायलट और कैबिन क्रू को उसके अकॉर्डिंग पहले ट्रेनिंग दी जाती है, लाइसेंसिंग होती है, फिर वो उसके बाद ही वो प्लेन को उड़ाने के लिए क्या बोलेंगे परमिशन होती है। ਵਿਨੀਤ ਜੀ, ਇੱਕ ਸਵਾਲ ਮੇਰਾ ਇਹ ਵੀ ਸੀ ਕਿ ਤੁਸੀਂ ਕਿਸ ਤਰੀਕੇ ਅੰਦਾਜ਼ੇ ਲਗਾਏ ਜਾ ਸਕਦੇ, ਕਿਉਂਕਿ ਪਲੇਨ ਟੇਕ ਆਫ ਕਰਦਾ ਹੈਗਾ, ਟੇਕ ਆਫ ਕਰਨ ਤੋਂ
ਕੁਝ ਸੈਕਿੰਡਸ ਦੇ ਵਿੱਚ ਤਕਰੀਬਨ 15 ਤੋਂ 10 ਕਿਲੋਮੀਟਰ ਦੇ ਵਿਚਕਾਰ ਹੁੰਦਾ ਤਾਂ ਬਿਲਕੁਲ ਥੱਲੇ ਆ ਜਾਂਦਾ। ਇਸ ਦੇ ਕੀ ਕਾਰਨ ਮੰਨੇ ਜਾ ਸਕਦੇ ਹੁੰਦੇ? इसमें सर इंजन में जो पावर चाहिए होती है टेक ऑफ करने के लिए उसमें कमी आई है, जिसकी वजह से पायलट प्लेन को कंट्रोल नहीं कर पाए हैं और प्लेन तेज़ी से नीचे आना शुरू हो गया है। ਇੱਕ ਸਭ ਤੋਂ ਮੇਨ ਕੰਮ ਹੁੰਦਾ ਜਦੋਂ ਟੇਕ ਆਫ ਕਰਦੇ ਆ ਤਾਂ ਜਦੋਂ ਲੈਂਡ ਕਰਨਾ ਹੁੰਦਾ ਪਲੇਨ ਦਾ, ਉਸ ਵਕਤ ਸਭ ਤੋਂ ਮੇਨ ਸਮਾਂ ਹੁੰਦਾ, ਉਸੇ ਦੇ ਇਨ ਬਿਟਵੀਨ ਹੀ ਤਕਰੀਬਨ ਇਹ ਹਾਦਸਾ ਵਾਪਰਿਆਗਾ। ਇਹਦੇ ਹੋਰ ਕੀ ਹੋ ਸਕਦਾ ਸੀਗਾ ਅਗਰ ਜੇ ਟੇਕ ਆਫ ਨਾ ਕਰਦਾ ਜਾਂ ਹੋਰ ਕਿਸੇ ਬਿਲਡਿੰਗ ਦੇ ਵਿੱਚ ਵੀ ਟਕਰਾ ਸਕਦਾ ਸੀਗਾ, ਪਰ ਅਜਿਹੇ ਦੇ ਵਿੱਚ ਪਾਇਲਟ ਕੀ ਕਰਦਾ ਹੁੰਦਾ ਜਦੋਂ ਉਸਨੇ ਟੇਕ ਆਫ करना? टेक ऑफ के ऊपर पायलट का पूरा कंसंट्रेशन होता है कि उसके फ्लाइट कंट्रोल इक्विपमेंट की रीडिंग्स को प्रॉपर तरीके से चेक किया जाए और प्लेन को सेफ टेक ऑफ हाइट तक पहुंचाया जाए। उसके बाद अगर किसी टाइप का सिनेरियो क्रिएट होता है तो पायलट के पास इतना समय होता है कि वो उसको सही से कंट्रोल करके लैंड करने की काबिलियत डेवलप कर पाए। ਸਰ ਇੱਕ ਬਲੈਕ ਬਾਕਸ ਦਾ ਹੀ ਦੱਸਿਆ ਜਾ ਰਿਹਾ ਕਿ ਇੱਕ ਬਲੈਕ ਬਾਕਸ ਹੁੰਦਾਗਾ ਪਲੇਨ ਦੇ ਵਿੱਚ ਜਿਸ ਦੇ ਵਿੱਚ ਸਭ ਕੁਝ ਪਤਾ ਚੱਲ ਜਾਂਦਾ ਹੁੰਦਾ, ਉਹ ਬਲੈਕ ਬਾਕਸ ਬਾਰੇ ਦੱਸਿਆ। बेसिकली ब्लैक बॉक्स के दो पार्ट्स होते हैं, एक कॉकपिट वॉइस रिकॉर्डर और एक ये फ्लाइट डेटा रिकॉर्डर। ये दोनों ही इक्विपमेंट आपके पायलट को किसी भी एक्सीडेंट को इंसिडेंट को होने के बाद उसकी रिपोर्ट करने में हेल्प करते हैं। ਸਰ ਉਸ ਦੇ ਵਿੱਚ ਕਿਸ ਪ੍ਰਕਾਰ ਦੀ ਰਿਕਾਰਡਿੰਗ ਹੁੰਦੀ, ਕੋਈ ਵੀਡੀਓ ਰਿਕਾਰਡਿੰਗ ਹੁੰਦੀ ਹੈ ਜਾਂ ਆਡੀਓ ਰਿਕਾਰਡਿੰਗ, ਕਿਸ ਪ੍ਰਕਾਰ ਦੀ? ये सर फ्लाइट डेटा रिकॉर्डर डेटा रिकॉर्ड करता है कि इंजन्स पावर कैसे काम कर रही हैं, फ्लैप एलरॉन एयरक्राफ्ट के इक्विपमेंट कैसे काम कर रहे हैं। और जो कॉकपिट वॉइस रिकॉर्ड है उसमें कॉकपिट के अंदर जब वो एक्सीडेंट इंसिडेंट हो रहा है तो उस टाइम पे जो भी पायलट वहाँ पे बातें कर रहे हैं वो चीज़ों को रिकॉर्ड करता है। ਇੱਕ ਜਾਣਕਾਰੀ ਇਹ ਵੀ ਸੀ ਕਿ ਜੋ ਪਲੇਨ ਦੇ ਪਾਇਲਟ ਸੀ ਉਹਨਾਂ ਵੱਲੋਂ ਕੋਈ ਐਮਰਜੈਂਸੀ ਜਿਸ ਦੇ ਵਿੱਚ ਕੋਈ ਇਹਨੇ ਟੈਕਨੀਕਲ ਲੈਂਗੁਏਜ ਹੁੰਦੀ ਹੈ ਉਸ ਦੇ ਵਿੱਚ ਸੁਨੇਹਾ ਵੀ ਦਿੱਤਾ ਜਾ ਰਿਹਾ ਸੀ, ਉਹ ਕਿਸ ਤਰੀਕੇ ਲੈਂਗੁਏਜ? ये मैसेज होता है जी, मेडे मेडे मेडे। ये मेडे आपका जब प्लेन में कोई ऐसी फॉल्ट आ जाती है जिसकी वजह से उसको उड़ाना नामुमकिन हो रहा है तब ये मैसेज दिया जाता है और इसमें एयर ट्रैफिक कंट्रोलर को तुरंत दिशा निर्देश देने होते हैं प्लेन को सुरक्षित उतारने के लिए। ਬਹੁਤ ਸਾਰੇ ਇਹ ਵੀ ਦੱਸ ਰਹੇ ਨੇ ਜੋ ਟਰੈਕ ਕਰ ਰਹੇ ਹੁੰਦੇ ਆ ਕਿ ਕੁਝ ਸੈਕਿੰਡਸ ਦੇ ਵਿੱਚ ਸਿਗਨਲ ਲੋਸਟ ਹੋ ਜਾਂਦਾ। ਤਕਰੀਬਨ 300 ਫੁੱਟ ਦੀ ਉਚਾਈ ਤੇ ਪਲੇਨ ਹੁੰਦਾ ਤਾਂ ਜਦ ਥੱਲੇ ਨੂੰ ਆਉਂਦਾ ਤਾਂ ਉਸ ਵਕਤ ਸਾਰੇ ਸਿਗਨਲ ਲੋਸਟ ਹੋ ਜਾਂਦੇ ਉਹਨਾਂ ਬਾਰੇ। सिग्नल तो लॉस नहीं होते हैं जी, लेकिन लास्ट टाइम पे पायलट की जिम्मेदारी होती है कि पूरा ध्यान वो पायलट प्लेन को उड़ाने में लगाए कि कहीं पे भी उसकी तरफ से कोई चूक ना होने पाए। ਕਿੰਨੇ ਪਾਇਲਟ ਇੱਕ ਪਲੇਨ ਦੇ ਵਿੱਚ ਸਵਾਰ ਹੁੰਦੇ ਆ? ਇਸ ਦੇ ਵਿੱਚ ਕੈਬਿਨ ਕਰੂ ਤਾਂ ਚਲੋ ਵੱਖਰੀ ਗੱਲ ਮੰਨ ਲੈਂਦੇ, ਬਾਕੀ ਕਿੰਨੇ? कोई भी प्लेन हो जी, 2 पायलट होते हैं, एक पायलटिंग कमांड होता है और एक पायलट होता है जो उसको असिस्ट करता है प्लेन को उड़ाने में। हाँ जी। ਇਸ ਕੇਸ ਦੇ ਵਿੱਚ ਕੌਣ ਪਲੇਨ ਉਡਾ ਰਹੇ ਸੀ? इसके अंदर कैप्टन जो है वो प्लेन उड़ा रहे थे। कैप्टन। हाँ जी। ਠੀਕ ਹੈ। ਤੇ ਸਰ ਅਗਰ ਸਾਡੇ ਦਰਸ਼ਕ ਨੇ ਜੋ ਸੋਚ ਰਹੇ ਨੇ, ਕਿਉਂਕਿ ਇੱਕ ਡਰ ਦਾ ਮਾਹੌਲ ਬਣ ਚੁੱਕਿਆ, ਸਹਿਮ ਦਾ ਮਾਹੌਲ ਬਣ ਚੁੱਕਿਆ, ਹਾਲਾਂਕਿ ਸਫ਼ਰ ਹਰ ਕਿਸੇ ਵਿਅਕਤੀ ਨੇ ਕਰਨਾ, ਅਜਿਹੇ ਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਅਜਿਹੇ ਹਾਦਸੇ ਤੋਂ ਬਚਿਆ ਜਾ ਸਕੇ? ਕਿਉਂਕਿ ਹਾਲਾਂਕਿ ਇਹ ਪਲੇਨ ਕ੍ਰੈਸ਼ ਹੋਇਆਗਾ, ਆਮ ਤੌਰ ਤੇ ਪਿੱਛੇ ਕੋਈ ਕਾਫੀ ਪਲੇਨ ਦੇਖਣ ਨੂੰ ਮਿਲੇ ਸੀਗੇ ਜਿਹੜੇ ਹਵਾ ਦੇ ਵਿੱਚ ਹੀ ਆਮ ਤੌਰ ਤੇ ਜਿਨ੍ਹਾਂ ਦੇ ਇੰਜਨ ਦੇ ਵਿੱਚ ਦਿੱਕਤ ਹੋਈ ਤੇ ਹਵਾ ਦੇ ਵਿੱਚ ਹੀ ਕਈ ਵਾਰ ਉਹਨਾਂ ਦੇ ਵਿੱਚ ਅੱਗ ਫੜ ਲਿੱਤੀ ਗਈ, ਤੇ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ? देखिए जी, एज एन पायलट उसको ट्रेन किया जाता है कि इसी टाइप के सिनेरियो को वो हैंडल करके प्लेन को सुरक्षित उतार ले, लेकिन इसमें पैसेंजर्स की भी एक जिम्मेदारी होती है कि वो कैबिन क्रू के दिए हुए डायरेक्शंस को प्रॉपर तरीके से फॉलो करें और पैनिक ना करें। सारा का सारा एयरलाइन का क्रू बहुत स्पेशली ट्रेंड होता है कि अगर ऐसे इंसिडेंट होते हैं तो वो उनको हैंडल कर पाएँ। ठीक है सर। ਤਾਂ ਲਗਾਤਾਰ ਇਸ ਵਿਚਕਾਰ 에ਅਰ ਇੰਡੀਆ ਦੀ ਕੱਲ ਫਲਾਈਟ ਦਾ ਕ੍ਰੈਸ਼ ਹੋ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਤੇ ਕਿਵੇਂ ਜੋ ਕੱਲ ਦਾ ਇਹ ਪਲੇਨ ਕ੍ਰੈਸ਼ ਹੋਇਆ ਉਸ ਦੇ ਬਾਬਤ ਹੀ ਹਾਲਾਂਕਿ ਵਿਨੀਤ ਜੀ ਨੇ ਜਾਣਕਾਰੀ ਦਿੱਤੀ ਤੇ ਲਗਭਗ ਤਕਰੀਬਨ 30 ਸੈਕਿੰਡਸ ਦੇ ਵਿੱਚ ਹੀ ਇਹ ਅਹਿਮਦਾਬਾਦ ਸਰਦਾਰ ਵੱਲਭ ਭਾਈ ਪਟੇਲ 에ਅਰਪੋਰਟ ਤੇ ਇਹ ਪਲੇਨ ਕ੍ਰੈਸ਼ ਹੋ ਜਾਂਦਾ, ਜਿਸ ਵਿੱਚ ਕਾਰ ਤਕਰੀਬਨ 242 ਪੈਸੰਜਰਸ ਇਸ ਪਲੇਨ ਦੇ ਵਿੱਚ ਸਵਾਰ ਹੁੰਦੇ ਨੇ ਤੇ ਬਾਕੀ ਦੇ ਜਿਸ ਬਿਲਡਿੰਗ ਦੇ ਵਿੱਚ ਜੋ ਟਕਰਾਅ ਹੁੰਦਾ ਉੱਥੇ ਵੀ ਕੁਝ ਵਿਅਕਤੀਆਂ ਦਾ ਜੋ ਮੌਕੇ ਤੇ ਹੀ ਹਾਦਸਾਗ੍ਰਸਤ ਹੋ ਜਾਂਦੇ ਆ ਤੇ ਤਕਰੀਬਨ 265 ਦੇ ਕਰੀਬ ਸਾਰੇ ਲੋਕਾਂ ਦੀ ਜਿਹੜੀ ਜਾਨ ਮਾਲ ਉਸ ਵਕਤ ਗਵਾ ਚੁੱਕੇ ਨੇ। ਕੈਮਰਾ ਪਰਸਨ ਸ਼ਿਵਨ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ। किडनी फेल, लीवर फेल, कैंसर या हार्ट की प्रॉब्लम, ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता। तो आयुर्वेद को अपनाओ, बीमारी की जड़ पर काम करो। 73504 73504